एवरीवन वेलकम टू स्टडी शॉकर्स योर स्टडी बिकम्स ईजियर। हाँ जी, काफ़ी कमेंट्स आ रहे थे काफ़ी टाइम तो एक जी लैटर है एक एफीडेविट है वो वायरल हो रहा है तो उसके रिगार्डिंग क्लैरिफिकेशन तो एक वीडियो बनाने की रिक्वेस्ट काफ़ी आ रही थी ਜਿਹੜਾ कि ਤੁਹਾਨੂੰ पता ही है जी कृष्ण कुमार जी ਵੱਲੋਂ एक एफीडेविट ਜਿਹੜਾ एक लैटर ਜਿਹੜਾ ਇਹ ਜਵਾਬ ਜਿਹੜਾ ਕੋਰਟ ਨੂੰ ਦਿੱਤਾ ਗਿਆ ਉਹ ਵਾਇਰਲ ਹੋ ਰਿਹਾ ਹੈਗਾ। ਤੁਸੀਂ ਇੱਥੇ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਸ਼ੋ ਕੀਤਾ ਹੋਇਆ ਇਨ ਦ ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ। तो पूरी वीडियो ਦੇ ਵਿੱਚ बहुत ही डिटेल ਦੇ ਵਿੱਚ ਆਪਾਂ ਇੱਥੇ ਗੱਲ ਕਰਨ ਵਾਲੇ ਹਾਂ ਜੀ। बहुत सारे पॉइंट्स ਤੇ ਆਪਾਂ ਇਹਦੇ ਵਿੱਚ ਗੱਲ ਕਰਾਂਗੇ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਾਰੇ ਪੁਆਇੰਟਸ ਤੇ ਕਾਫੀ ਡੀਪ ਦੇ ਵਿੱਚ ਗੱਲ ਕਰਾਂਗੇ ਆਪਾਂ। तो गल इत्थे पूरी क्लैरिफिकेशन हैगी है जिस लैटर तो किसी भी तरह का कोई भी डाउट जिहड़ा नहीं रह जाता। सो पूरी जिहड़ी क्लैरिफिकेशन आपां तुहानूं देवांगे उस तों जिहड़ी हल हैगा चाहे वो ईटीडी दा बीएड दा या पीएसटेट दा सारा ही हल जिहड़ा इत्थे या एज रिलैक्सेशन दा आपां कह लईए सारा हल इत्थे आपां नूं साफ साफ नज़र आ जाता है। तो एक तरीके नाल कहो कि कोर्ट केस दा जिहड़ा हल है वो इहदे विच हैगा, यानी कि कोर्ट केस एक तरीके नाल खत्म ही है। अगर जिहड़ा ये जवाब नेगे वो लागू हुंदे ने तां गल जिहड़ी आ पूरी खत्म हो जाती है। तो भर्तियां जल्दी पूरीआं होणगीਆਂ पर किवें होणगीਆਂ किस नूं की मिलेगा वो पूरी इन्फॉर्मेशन जी आप इस देने वाले हैं। वीडियो शुरू करने तो पहले जो तुम चैनल पर पहली बार विजिट किया तो प्लीज़ चैनल को सबसक्राइब करो, टैलीग्राम चैनल जरूर ज्वाइन करा करो, उसका लिंक तुहानूं डिस्क्रिप्शन बॉक्स में मिल जाएगा ताकि हर एक लेटेस्ट इन्फॉर्मेशन तुहाडे तक टाइम सिर तो सब तो पहला पहुँचती रहे। पॉइंट्स की क्लैरिफिकेशन जी ये दी गई है। फर्स्ट पॉइंट जोड़ा है नॉन कंडक्ट ऑफ PSTET एग्जामिनेशन एवरी ईयर, दूसरा है जी एज रिलैक्सेशन, तो तीसरा है whether B.Ed qualified candidates should have been allowed to participate in the recruitment process of 2020 and 2021 in the light of notification dated 28/6/2018 issued by NCT। ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ 2020 ਤੇ 2021 ਦੀ ਰਿਕਰੂਟਮੈਂਟ ਪ੍ਰੋਸੈਸ ਬਾਰੇ ਗੱਲ ਕੀਤਾ ਗਿਆ। ਆਪਾਂ ਤੁਹਾਨੂੰ ਦੱਸ ਦਈਏ ਇਹ ਰੂਲ ਜਿਹੜੇ ਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਜਿਵੇਂ ਤੇ ਮੈਂਸ਼ਨ ਕੀਤਾ ਹੋਇਆ ਸਪੈਸ਼ਲੀ ਕਿ 2020 ਤੇ 2021 ਰਿਕਰੂਟਮੈਂਟ ਪ੍ਰੋਸੈਸ ਤੇ ਲਾਗੂ ਹੋਏਗਾ ਜਾਂ ਨਹੀਂ ਹੋਏਗਾ। ਮਤਲਬ 2020 ਤੇ 21 ਦੀ ਜਿਹੜੀ ਰਿਕਰੂਟਮੈਂਟ ਪ੍ਰੋਸੈਸ ਹੈ ਉਹਦੇ ਵਿੱਚ B.Ed ਅਲਾਉ ਕੀਤੀ ਜਾਏਗੀ ਜਾਂ ਨਹੀਂ ਕੀਤੀ ਜਾਏਗੀ। ਤਾਂ ਇੱਕ ਤਰੀਕੇ ਨਾਲ ਇਹਦੇ ਵਿੱਚ 66-35 ਦੇ ਨਾਲ ਜਿਹੜੀ 2364 ਪੋਸਟਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ 2020 ਦੇ ਵਿੱਚ 2364 ਪੋਸਟਾਂ ਆਊਟ ਹੋਈਆਂ ਸੀ। ਹਾਂਜੀ, ਸਭ ਤੋਂ ਪਹਿਲਾਂ ਪੁਆਇੰਟ ਆਪਾਂ ਇਹਦੇ ਵਿੱਚ ਗੱਲ ਕਰ ਲੈਂਦੇ ਹਾਂ ਨੋਨ ਕੰਡਕਟ ਆਫ PSTET ਐਗਜ਼ਾਮੀਨੇਸ਼ਨ ਐਵਰੀ ਈਅਰ। ਦੇਖੋ ਪੂਰਾ ਇਹਨਾਂ ਨੇ ਜਿਹੜਾ ਲੈਟਰ ਜਾਰੀ ਕਰਕੇ ਪੂਰੀ ਇਨਫੋਰਮੇਸ਼ਨ ਜਿਹੜੀ ਇਹਦੇ ਵਿੱਚ ਦਿੱਤੀ ਹੈ। ਸੋ ਉਹਦੇ ਵਿੱਚ ਆਪਾਂ ਤੁਹਾਨੂੰ ਉੱਪਰੋਂ ਦੱਸ ਦਿੰਦੇ ਹਾਂ ਕਿ ਇਹਨਾਂ ਨੇ ਇਹਦੇ ਵਿੱਚ ਲਿਖਿਆ ਕੀ ਹੈ। ਸੋ ਇਹਦੇ ਵਿੱਚ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਇਹਦੇ ਲੈਟਰ ਜਿਹੜਾ ਇਸ਼ੂ ਕੀਤਾ ਗਿਆ ਸੀ ਕੋਰਟ ਕੇਸਿਸ ਕਾਫੀ ਟਾਈਮ ਤੋਂ ਚੱਲ ਰਹੇ ਸੀ ਜਿਹਦੇ ਵਿੱਚ ਲਾਸਟ ਦੇ ਵਿੱਚ ਇਹ ਬੋਲਿਆ ਗਿਆ ਸੀ ਇਹਨਾਂ ਕੋਰਟ ਕੇਸਿਸ ਦੇ ਵਿੱਚ ਜਿਹੜਾ PSTET ਹੈ ਉਹ ਕੋਰਟ ਨੇ ਬੋਲਿਆ ਸੀਗਾ ਕਿ ਹਰ ਸਾਲ ਕਰਵਾਇਆ ਜਾਵੇ ਪਹਿਲਾਂ ਇਨ ਸੰਡੇ ਆਫ ਦਾ ਮੰਥ ਆਫ ਦਸੰਬਰ ਜਿਹੜਾ ਉਹ ਕਰਵਾਇਆ ਜਾਵੇ ਤੇ ਜਿਹੜੇ ਵੀ ਪੈਂਡਿੰਗ PSTET ਆ ਉਹ ਲਿੱਤੇ ਜਾਣ ਤੇ ਜਿਹਦੇ ਕਰਕੇ ਉਹ ਜਿਹੜਾ ਕੋਵਿਡ ਕਰਕੇ ਉਹ ਰੂਲ ਜਿਹੜਾ ਅਪਲਾਈ ਨਹੀਂ ਹੋ ਪਾਇਆ। ਫਿਰ ਉਸਨੂੰ ਅਪਲਾਈ ਕਰਨ ਲਈ COCP ਵੀ ਕਈ ਵਾਰ ਜਿਹੜੀਆਂ ਲੱਗੀਆਂ ਨੇ ਲੇਕਿਨ ਜਿਹੜਾ ਹੈ ਉਹਦੇ ਵਿੱਚ PSTET ਜਿਹੜਾ ਹੁਣ ਤੱਕ ਨਹੀਂ ਹੋ ਪਾਇਆ ਹੈਗਾ। ਸੋ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਲਿਖਿਆ ਹੈ ਇਨ ਦਾ ਕੰਟੈਂਪਟ ਪਟੀਸ਼ਨ ਟੂ ਦੀ ਡਿਪਾਰਟਮੈਂਟ ਹੈਜ਼ ਗਿਵਨ ਅੰਡਰਟੇਕਿੰਗ ਟੂ ਦੀ ਇਫੈਕਟ ਦੈਟ PSTET ਵਿਲ ਬੀ ਕੰਡਕਟਡ ਐਵਰੀ ਈਅਰ। ਤਾਂ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਐਵਰੀ ਈਅਰ ਜਿਹੜਾ PSTET ਲਿਆ ਜਾਵੇ ਤੇ ਜਿਹੜਾ ਸੰਡੇ ਆਫ ਦਾ ਮੰਥ ਆਫ ਦਸੰਬਰ ਤੇ ਸੈਕਿੰਡ ਸੰਡੇ ਜਿਹੜਾ ਦਸੰਬਰ ਦਾ ਉਸਨੂੰ PSTET ਲਿਆ ਜਾਵੇ। ਕੋਰਟ ਨੇ ਕੇਸ ਦੇ ਜਿਹੜਾ ਕੇਸ ਲੱਗਿਆ ਉਸਦੇ ਤਹਿਤ ਜਦੋਂ ਕੋਰਟ ਨੇ ਪੁੱਛਿਆ ਕਿ PSTET ਜਿਹੜਾ ਡਿਪਾਰਟਮੈਂਟ ਤੋਂ ਕਿ ਕਿਉਂ ਨਹੀਂ ਲਿੱਤਾ ਗਿਆ ਹੁਣ ਤੱਕ, ਤਾਂ ਉਹਦਾ ਜਵਾਬ ਦਿੰਦੇ ਹੋਏ ਜੋ ਡਿਪਾਰਟਮੈਂਟ ਹੈ ਉਸਨੇ ਬੋਲਿਆ ਦ ਟੈਸਟ ਮੇ ਨੋਟ ਬੀ ਮੈਂਡੇਟਰੀ ਟੂ ਹੋਲਡ ਟੈਟ ਐਵਰੀ ਈਅਰ। ਸੋ NCT ਦੇ ਰੂਲਸ ਦੇ ਵਿੱਚ ਕਹਿੰਦੇ ਇਹ ਮੈਂਸ਼ਨ ਹੈਗਾ ਕਿ ਟੈਟ ਜਿਹੜਾ ਲੈਣਾ ਹੈ ਉਹ ਐਵਰੀ ਈਅਰ ਲੈਣਾ ਜ਼ਰੂਰੀ ਨਹੀਂ ਹੈ। NCT ਦੇ ਜਿਹੜੇ ਰੂਲਸ ਹੈ ਉਹਨਾਂ ਨੇ ਬੋਲਿਆ ਕਿ ਉਹ ਡਾਇਰੈਕਟਰੀ ਇਨ ਨੇਚਰ ਨੇ ਨੋਟ ਇਨ ਮੈਂਡੇਟਰੀ, ਮਤਲਬ ਉਹ ਜ਼ਰੂਰੀ ਨਹੀਂ ਹੈ। ਕੇਸ ਉਹਨਾਂ ਨੇ ਉਰੇ ਮੈਂਸ਼ਨ ਕੀਤਾ ਹੋਇਆ। ਇਸ ਕੇਸ ਦੇ ਤਹਿਤ ਇਹ ਨਤੀਜਾ ਨਿਕਲਿਆ ਕਿ NCT ਦੇ ਜਿਹੜੇ ਰੂਲਸ ਹੈ ਉਹ ਡਾਇਰੈਕਟਰੀ ਇਨ ਨੇਚਰ ਹੈ ਕਿ ਹੋ ਸਕਦਾ ਤਾਂ ਜ਼ਰੂਰ ਉਹਨਾਂ ਨੂੰ ਅਪਲਾਈ ਕਰੋ ਬਟ ਮੈਂਡੇਟਰੀ ਨਹੀਂ ਹੈ। ਸੋ ਡਿਪਾਰਟਮੈਂਟ ਨੇ ਇਸ ਜਿਹੜੀ ਜਜਮੈਂਟ ਆਈ ਇਸ ਕੇਸ ਦੀ ਕਿ ਜਿਹੜੇ ਰੂਲਸ ਹੈ ਉਹ ਕਿ ਹਰ ਸਾਲ ਜਿਹੜਾ ਟੈਟ ਉਹ ਲੈਣਾ ਚਾਹੀਦਾ ਉਹ ਮੈਂਡੇਟਰੀ ਨਹੀਂ ਹੈ। ਸੋ ਇਸ ਕੇਸ ਦੇ ਵਿੱਚ ਇਸ ਜਿਹੜੇ ਹੈ ਇਸ ਜਜਮੈਂਟ ਦੇ ਤਹਿਤ ਆਪਣੀ ਡਿਪਾਰਟਮੈਂਟ ਆਫ ਪੰਜਾਬ ਨੇ ਇਹ ਫੈਸਲਾ ਲਿਆ ਕਿ ਕਿਉਂਕਿ ਡੇਟਸ ਆਲਰੇਡੀ ਬਹੁਤ ਜ਼ਿਆਦਾ ਹੈਗੇ ਆ ਜਿਨ੍ਹਾਂ ਨੂੰ ਹਾਲੇ ਤੱਕ ਜੋਬ ਨਹੀਂ ਦਿੱਤੀ ਜਾ ਸਕੀ, ਸੋ ਨਵਾਂ ਟੈਟ ਜਿਹੜਾ ਉਹ ਨਹੀਂ ਲਿੱਤਾ ਜਾ ਸਕਦਾ। ਇੱਥੇ ਦੇਖੋ ਮੈਂਸ਼ਨ ਹੈ ਡਿਪਾਰਟਮੈਂਟ ਇਨ ਲਾਈਟ ਆਫ ਦੀ ਅਬਵ ਡਿਸੀਜਨ ਸੋਟ ਓਪੀਨੀਅਨ ਇਹ ਗੱਲ ਕੀਤੀ ਕਿ ਨੋਟੀਫਿਕੇਸ਼ਨ ਡੇਟਡ 20/3/2018 ਤਾਂ 20/3/2018 ਨੂੰ ਜਿਹੜਾ ਨੋਟੀਫਿਕੇਸ਼ਨ ਸੀਗਾ ਕਿ ਹਰ ਸਾਲ ਜਿਹੜਾ ਟੈਟ ਲਿਆ ਜਾਣਾ ਚਾਹੀਦਾ ਹੈ ਉਹ ਮੈਂਡੇਟਰੀ ਨਹੀਂ ਸੀ। ਸੋ ਉਸਨੂੰ ਵਿਡਰੋ ਜਾਂ ਉਸ 'ਚ ਥੋੜ੍ਹੀ ਜਿਹੀ ਅਮੈਂਡਮੈਂਟ ਕੀਤੀ ਜਾਵੇ ਅਤੇ ਉਹ ਅਮੈਂਡਮੈਂਟ ਜਿਹੜੀ ਹੈ 12/3/2021 ਨੂੰ ਕਰ ਦਿੱਤੀ ਗਈ। ਇੱਕ ਫਰੈਸ਼ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਜਿਹੜਾ ਟੈਟ ਹੈਗਾ ਜੀ ਉਹ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਹੈ, ਸਗੋਂ ਜਦੋਂ ਜ਼ਰੂਰਤ ਅਰਾਈਜ਼ ਹੋਵੇ ਜਦੋਂ ਪੋਸਟਾਂ ਆਉਣ ਅਤੇ ਕੈਂਡੀਡੇਟ ਜਿਹੜੇ ਹੈਗੇ ਆ ਉਦੋਂ ਹੀ PSTET ਜਿਹੜਾ ਲਿੱਤਾ ਜਾਵੇ। ਹਰ ਸਾਲ ਲੈਣਾ ਇੱਥੇ ਜ਼ਰੂਰੀ ਨਹੀਂ ਹੈਗਾ। ਕਿਉਂ ਇਹਨਾਂ ਨੇ ਇੱਥੇ ਦਿੱਤਾ ਹੈ ਕਿ ਕਿਉਂਕਿ ਜਿਹੜੇ ਐਡਵੋਕੇਟ ਨੰਬਰ ਆਫ ਕੈਂਡੀਡੇਟਸ ਹੈਗੇ ਆ ਜੀ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਨੇ। 2011 ਤੋਂ ਜਿਹੜੀ
ਉਹ ਰਿਕਰੂਟਮੈਂਟ ਦੀ ਵੇਟ ਕਰ ਰਹੇ ਨੇ, ਬਟ ਹਾਲੇ ਤੱਕ ਉਹਨਾਂ ਨੂੰ ਰਿਕਰੂਟਮੈਂਟ ਨਹੀਂ ਮਿਲੀ ਤੇ ਬਹੁਤ ਸਾਰੇ ਕੈਂਡੀਡੇਟਸ ਆਲਰੇਡੀ ਅਵੇਲੇਬਲ ਹੈ। ਸੋ ਇਸ ਕਰਕੇ ਉਹ ਨਵਾਂ ਟੈਟ ਲੈ ਕੇ ਜਿਹੜੇ ਆ ਹੋਰ ਕੈਂਡੀਡੇਟਸ ਨੂੰ ਜੋਬ ਨਹੀਂ ਦੇ ਸਕਦੇ। ਇਸ ਕਰਕੇ ਉਹਨਾਂ ਨੇ ਕਿਹਾ ਕਿ NCT ਦੇ ਜਿਹੜੇ ਰੂਲਸ ਆ ਉਹ ਖੁਦ 12/3/2021 ਨੂੰ ਜਿਹੜੇ ਆ ਉਹ ਅਮੈਂਡਮੈਂਟ ਕਰ ਦਿੱਤੀ ਗਈ। ਉਹਨਾਂ ਵਿੱਚ ਇੱਕ ਫਰੈਸ਼ ਨੋਟੀਫਿਕੇਸ਼ਨ ਜਿਹੜਾ 12 ਮਾਰਚ 2021 ਨੂੰ ਜਾਰੀ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਡਿਸਾਈਡ ਕਰ ਲਿੱਤਾ ਗਿਆ ਸੀਗਾ ਕਿ ਜਿਹੜਾ ਟੈਟ ਹੈ ਉਹ ਹਰ ਸਾਲ ਲੈਣਾ ਜ਼ਰੂਰੀ ਨਹੀਂ ਹੈ। ਸੋ ਗੱਲ ਇੱਥੇ ਇਹ ਆ ਜਾਂਦੀ ਹੈ ਕਿ 2011 ਤੋਂ ਹਲੇ ਤੱਕ ਜਿਹੜੇ ਕੈਂਡੀਡੇਟਸ ਆ ਉਹ ਵੇਟ ਕਰ ਰਹੇ ਆ ਕਿ ਉਹ ਜੋਬ ਜਿਹੜੀਆਂ ਉਹ ਮਿਲੇਗੀ ਉਹਨਾਂ ਨੂੰ। ਬੇਰੁਜ਼ਗਾਰ ਕਾਫੀ ਜਿਹੜੇ ਕੈਂਡੀਡੇਟਸ ਆਲਰੇਡੀ ਹੈਗੇ ਆ, ਜਿਵੇਂ ਇਹਨਾਂ ਨੇ ਖੁਦ ਇੱਥੇ ਮੈਂਸ਼ਨ ਕੀਤਾ ਕਿ 1 ਲੱਖ ਤੋਂ ਜ਼ਿਆਦਾ ਕੈਂਡੀਡੇਟਸ ਜਿਹੜੇ ਆ ਇੱਥੇ ਹਲੇ ਆਲਰੇਡੀ ਹੈਗੇ ਆ। ਸੋ ਗੱਲ ਇੱਥੇ ਇਹ ਜਾਂਦੀ ਹੈ ਕਿ ਜਦੋਂ ਉਹ ਪ੍ਰੋਵਾਈਡ ਹੀ ਨਹੀਂ ਕਰ ਸਕਦੇ ਸੀ ਜੋਬਸ, ਉਹ ਪ੍ਰੋਵਾਈਡ ਨਹੀਂ ਕਰ ਸਕਦੇ ਸੀ ਪੋਸਟਾਂ, ਉਹਨਾਂ ਨੂੰ ਲੱਗਦਾ ਕਿ ਪੋਸਟਾਂ ਆਲਰੇਡੀ ਜਿਹੜੀਆਂ ਘੱਟ ਨੇ ਤੇ ਕੈਂਡੀਡੇਟਸ ਆਲਰੇਡੀ ਬਹੁਤ ਜ਼ਿਆਦਾ ਹੈ, ਤਾਂ ਉਨੇ ਸਮੇਂ ਦੇ ਵਿੱਚ ਤੇ ਫਿਰ ਜਿਹੜੇ ਆ ਉਹਨਾਂ ਨੂੰ ਇਹ ਕੋਰਸ ਜਿਹੜੇ ਆ ਉਹ ਰੋਕ ਦੇਣੇ ਚਾਹੀਦੇ ਸੀ, ਤਾਂ ਕਿ ਕਮ ਸੇ ਕਮ ਜਿਹੜੇ ਕੈਂਡੀਡੇਟਸ ਹੈ ਜੋ ETT ਲਈ ਅਪਲਾਈ ਕਰਦੇ ਆ, ETT 2 ਸਾਲ ਕਰਦੇ ਆ ਜਾਂ BEd ਕਰਦੇ ਆ 2 ਸਾਲ ਲਈ, ਕਮ ਸੇ ਕਮ ਉਹਨਾਂ ਨੂੰ ਇੱਕ ਕਲੈਰੀਫਿਕੇਸ਼ਨ ਹੋ ਜਾਂਦੀ ਕਿ ਇਸ ਪਾਸੇ ਜਿਹੜੀ ਹੈ ਜੋਬ ਨਹੀਂ ਹੈਗੀ ਸਰਕਾਰ ਕੋਲ ਤੇ ਅਸੀਂ ਕਿਸੇ ਹੋਰ ਪਾਸੇ ਆਪਣਾ ਭਵਿੱਖ ਜਿਹੜਾ ਦੇਖੀਏ। ਤਾਂ ਉਹਨਾਂ ਨੇ ਪਹਿਲਾਂ ਇਹਨਾਂ ਕੋਰਸ ਦੇ ਵਿੱਚ ਆਪਣੇ ਪੈਸੇ ਜਿਹੜੇ ਲਗਾਏ, ਫਿਰ ਪ੍ਰੈਪਰੇਸ਼ਨ ਕਰਨ ਲਈ ਕੋਚਿੰਗ ਸੈਂਟਰਾਂ 'ਚ ਆਪਣੇ ਪੈਸੇ ਲਗਾਏ, ਕੋਰਟ ਕੇਸ ਕਰਦੇ ਹੈ, ਉਹ ਕੋਰਟ ਕੇਸ ਕਰਕੇ ਉਸ ਕੋਰਟ ਕੇਸ ਦੇ ਵਿੱਚ ਆਪਣੇ ਪੈਸੇ ਲਗਾ ਰਹੇ ਹੈ, ਸੰਘਰਸ਼ ਕਰ ਰਹੇ ਹੈ। ਤਾਂ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੁੰਦੀਆਂ ਅਗਰ ਉਹ ਇੱਕ ਕਲੈਰੀਫਿਕੇਸ਼ਨ ਜਿਹੜੀ ਆ ਉਹ ਪਹਿਲਾਂ ਦੇ ਦਿੰਦੇ ਤੇ ਕੋਰਸ ਹੀ ਜਿਹੜਾ ਉਸ ਸਮੇਂ ਲਈ ਜਿਹੜਾ ਕੋਰਸ ਨੂੰ ਬੰਦ ਕਰ ਦਿੰਦੇ, ਤਾਂ ਕਿ ਕਮ ਸੇ ਕਮ ਇੱਕ ਕਲੈਰੀਫਿਕੇਸ਼ਨ ਤਾਂ ਕੈਂਡੀਡੇਟਸ ਨੂੰ ਹੋ ਜਾਂਦੀ ਕਿ ਹਾਂ ਇੱਥੇ ਪੋਸਟ ਨਹੀਂ ਹੈਗੀ ਸਰਕਾਰ ਕੋਲ, ਤਾਂ ਉਹ ਗੱਲ ਜਿਹੜੀ ਉੱਥੇ ਕਲੀਅਰ ਹੋ ਜਾਂਦੀ। ਬਾਕੀ ਦੇ ਵਿੱਚ ਸੋਚਣ ਵਾਲੀ ਗੱਲ ਇਹ ਹੈਗੀ ਜੀ ਕਿ ਨੋਟੀਫਿਕੇਸ਼ਨ ਜਿਹੜਾ ਉਹਨਾਂ ਨੇ ਕਿਹਾ ਕਿ ਫਰੈਸ਼ ਨੋਟੀਫਿਕੇਸ਼ਨ ਜਿਹੜਾ ਉਹ 12 ਮਾਰਚ 2021 ਨੂੰ ਜਾਰੀ ਕਰ ਦਿੱਤਾ ਗਿਆ ਸੀ, ਮੋਡੀਫਾਈ ਕਰ ਦਿੱਤਾ ਗਿਆ ਸੀ। ਤੇ ਫਿਰ ਕੋਰਟ ਕੇਸ ਜਿਹੜਾ ਹੈ ਮਾਰਚ ਤੋਂ ਲੈ ਕੇ 2021 ਦੇ ਹੁਣ ਤੱਕ ਜਿਹੜੇ ਕੋਰਟ ਕੇਸ ਚੱਲ ਰਹੇ ਨੇ, ਕਿਤੇ ਨਾ ਕਿਤੇ ਕਲੈਰੀਫਿਕੇਸ਼ਨ ਉਦੋਂ ਹੀ ਦੇ ਦੇਣੀ ਚਾਹੀਦੀ ਸੀ। ਰੂਲਸ ਤਾਂ ਜਿਹੜੇ ਆ ਉਹ ਬਣੇ ਹੋਏ ਨੇ, ਜਿਵੇਂ ਇਹਨਾਂ ਨੇ ਆਪ ਹੀ ਮੈਂਸ਼ਨ ਕੀਤਾ ਕਿ 12 ਮਾਰਚ 2021 ਨੂੰ ਰੂਲ ਬਣ ਗਿਆ ਸੀ, ਇਸ਼ੂ ਕਰ ਦਿੱਤਾ ਗਿਆ ਸੀ, ਤਾਂ ਫਿਰ ਇਹ ਰੂਲ ਜਿਹੜਾ ਉਹ ਅੱਜ ਤੱਕ ਕਿਉਂ ਲਟਕਾਇਆ ਗਿਆ? ਤਾਂ ਕਿਤੇ ਨਾ ਕਿਤੇ ਅਗਰ ਇਹ ਮਾਰਚ ਦੇ ਵਿੱਚ ਹੀ ਇਹ ਰੂਲ ਜਿਹੜਾ ਕੋਰਟ ਨੂੰ ਦੇ ਦਿੱਤਾ ਜਾਂਦਾ, ਦੱਸ ਦਿੱਤਾ ਜਾਂਦਾ, ਤਾਂ ਇਹ ਜਿਹੜਾ ਕੋਰਟ ਕੇਸ ਹੈ 10-10 ਮਹੀਨੇ ਜਿਹੜੇ ਲਟਕਦੇ ਨਾ ਤੇ ਭਰਤੀ ਜਿਹੜੀ ਆ ਉਹ ਬਹੁਤ ਜਲਦੀ ਪੂਰੀ ਹੋ ਜਾਂਦੀ। ਇੱਥੇ ਇੱਕ ਪੁਆਇੰਟ ਸੋਚਣ ਵਾਲਾ ਸੀ। ਸੋ ਬਾਕੀ ਜਿਹੜਾ ਉਹਨਾਂ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਵੀ PS ਟੈਟ ਜਿਹੜਾ ਹੁਣ ਹਰ ਸਾਲ ਨਹੀਂ ਹੋਇਆ ਕਰੂਗਾ। ਮਾਰਚ 2021 ਦੇ ਵਿੱਚ ਹੀ ਜਿਹੜਾ ਇਹ ਰੂਲ ਬਣ ਚੁੱਕਿਆ PS ਟੈਟ ਹਰ ਸਾਲ ਲੈਣਾ ਜ਼ਰੂਰੀ ਨਹੀਂ, ਜਦੋਂ ਜ਼ਰੂਰਤ ਅਰਾਈਜ਼ ਹੋਏਗੀ ਸਰਕਾਰ ਨੂੰ ਲੱਗੇਗਾ ਉਦੋਂ ਹੀ PS ਟੈਟ ਲਿਆ ਜਾਏਗਾ। ਸੋ PS ਟੈਟ ਵਾਲਿਆਂ ਨੂੰ ਇਹ ਗੱਲ ਜਿਹੜੀ ਇਹਨਾਂ ਨੇ ਇੱਥੇ ਕਲੀਅਰ ਕਰ ਦਿੱਤੀ ਹੈ। ਉਸ ਤੋਂ ਬਾਅਦ ਏਜ ਰਿਲੈਕਸੇਸ਼ਨ ਦੀ ਆਪਾਂ ਗੱਲ ਕਰ ਲਈਏ, ਜੋ ਇਹਦੇ ਵਿੱਚ ਏਜ ਰਿਲੈਕਸੇਸ਼ਨ ਮੰਗਦੇ ਆ ਕਿ ਪੋਸਟ ਦੇ ਵਿੱਚ ਉਹਨਾਂ ਨੂੰ ਏਜ ਰਿਲੈਕਸੇਸ਼ਨ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਇਹ ਹੈ ਕਿ 5 ਸਾਲ ਤੋਂ ਕੋਈ ਵੀ ਪੋਸਟ ਨਹੀਂ ਆਈ, ਜਿਹਦੇ ਕਰਕੇ ਉਹਨਾਂ ਦੀ ਏਜ ਜਿਹੜੀ ਉਹ ਓਵਰ ਹੋ ਚੁੱਕੀ ਹੈ ਤੇ ਹੁਣ ਜਦੋਂ ਪੋਸਟਾਂ ਆਈਆਂ ਨੇ ਤਾਂ ਉਹਨਾਂ ਨੂੰ ਇਹਦੇ ਵਿੱਚ ਏਜ ਰਿਲੈਕਸੇਸ਼ਨ ਦੇ ਕੇ ਇਹਨਾਂ ਵਿੱਚ ਮੌਕਾ ਦਿੱਤਾ ਜਾਵੇ। ਤਾਂ ਇਹਦੇ ਵਿੱਚ ਉਹਨਾਂ ਨੇ ਜਵਾਬ ਜਿਹੜਾ ਕਿਹਾ, ਸਰਕਾਰ ਨੇ ਜੋ ਜਵਾਬ ਦਿੱਤਾ ਡਿਪਾਰਟਮੈਂਟ ਨੇ, ਉਹ ਇਹ ਕਿਹਾ ਕਿ ਆਲਰੇਡੀ ਜੋ ਜਨਰਲ ਜਿਹੜੀ ਕੈਟੇਗਰੀ ਆ ਉਹਨਾਂ ਲਈ 37 ਜਿਹੜੀ ਹੈ ਸਾਲ ਰੱਖੀ ਗਈ ਹੈ, ਏਜ ਲਿਮਿਟ ਰੱਖੀ ਗਈ ਹੈ, ਤੇ ਉੱਥੇ ਜਿਹੜੇ SC ਕੈਂਡੀਡੇਟਸ ਹੈਗੇ ਆ ਉਹਨਾਂ ਲਈ 5 ਸਾਲ ਦਾ ਇੱਥੇ ਏਜ ਰਿਲੈਕਸੇਸ਼ਨ ਦਿੱਤਾ ਹੋਇਆ। ਤੇ ਮਤਲਬ ਜਨਰਲੀ 37 ਈਅਰ ਤੇ ਜਿਹੜੇ SC ਆ ਉਹਨਾਂ ਲਈ ਜਿਹੜੀ ਏਜ ਲਿਮਿਟ ਹੈ 42 ਈਅਰ ਹੈ। ਸੋ ਕਹਿੰਦੇ ਆਲਰੇਡੀ ਇੱਥੇ ਜਿਹੜੀ ਆਪਣੀ ਏਜ ਰਿਲੈਕਸੇਸ਼ਨ ਦੇ ਜਿਹੜੇ ਰੂਲਸ ਆ ਬਹੁਤ ਜ਼ਿਆਦਾ ਲਿਬਰਲ ਨੇ, ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਖੁੱਲ੍ਹੇ ਨੇ। ਸੋ ਹੋਰ ਜਿਹੜੀ ਏਜ ਰਿਲੈਕਸੇਸ਼ਨ ਏਬਲ ਨਹੀਂ ਹੈਗੀ। ਤੇ ਨਾਲ ਹੀ ਉੱਥੇ ਇਹਨਾਂ ਦਾ ਇਹ ਕਹਿਣਾ ਹੈ ਕਿ ਕਿਉਂਕਿ ਅਗਰ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਏਜ ਰਿਲੈਕਸੇਸ਼ਨ ਦਿੰਦੇ ਨੇ ਤਾਂ ਫਿਰ ਇਹ ਵਾਲਾ ਪੁਆਇੰਟ ਉਹਨਾਂ ਨੂੰ ਹਰ ਇੱਕ ਮਹਿਕਮੇ ਦੇ ਵਿੱਚ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਦੇਣਾ ਪਏਗਾ, ਸੋ ਜੋ ਕਿ ਪੋਸੀਬਲ ਨਹੀਂ ਹੈਗਾ। ਸੋ ਇਸ ਕਰਕੇ ਉਹਨਾਂ ਨੇ ਏਜ ਰਿਲੈਕਸੇਸ਼ਨ ਦੇਣ ਤੋਂ ਜਿਹੜਾ ਇੱਥੇ ਮਨਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਗਰ ਅਸੀਂ ਏਜ ਰਿਲੈਕਸੇਸ਼ਨ ਨਹੀਂ ਦਿੰਦੇ ਤਾਂ ਇਹਨਾਂ ਨਾਲ ਕਿਸੇ ਵੀ ਰੂਲਸ ਦਾ ਕੋਈ ਵੀ ਵਾਇਲੇਸ਼ਨ ਨਹੀਂ ਹੁੰਦਾ। ਪਰ ਇੱਥੇ ਫਿਰ ਵੀ ਗੱਲ ਸੋਚਣ ਵਾਲੀ ਇਹ ਆ ਜਾਂਦੀ ਹੈ ਕਿ ਕਿਉਂਕਿ 5 ਸਾਲ ਤੋਂ ਨੌਕਰੀਆਂ ਨਹੀਂ ਆਈਆਂ, ਜਿਸ ਕਰਕੇ ਜਿਹੜੇ ਕੈਂਡੀਡੇਟਸ ਆ ਓਵਰ ਏਜ ਹੋ ਚੁੱਕੇ, ਜਿਨ੍ਹਾਂ ਦਾ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੈਗਾ, ਉਹ ਹੁਣ ਕਿੱਥੇ ਜਾਣ? ਉਹ ਹੁਣ ਇਹਨਾਂ ਪੋਸਟਾਂ ਦੇ ਲਈ ਜਿਹੜੇ ਐਲੀਜੀਬਲ ਨਹੀਂ ਹੈਗੇ। ਪਰ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਏਜ ਲਿਮਿਟ ਤਾਂ ਜਿਹੜੀ ਹੈ ਉਹ ਇੰਨੀ ਹੀ ਰਹੇਗੀ। ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਜਿੱਥੇ ਸਭ ਤੋਂ ਵੱਧ ਜਿਹੜੇ ਆ ਉਹ ਡਾਊਟਸ ਹੈ ਜਾਂ ਆਪਾਂ ਕੋਰਟ ਕੇਸਿਸ ਸਭ ਤੋਂ ਵੱਧ ਜਿਸ ਪੁਆਇੰਟ 'ਤੇ ਹੁੰਦੇ ਨੇ ਕਿ BEd ਜਿਹੜੀ ਆ ਉਹ ਅਲਾਓ ਕੀਤੀ ਜਾਏਗੀ ਜਾਂ ਨਹੀਂ ਕੀਤੀ ਜਾਏਗੀ, ਜਾਂ 2364 'ਚ ਕੀਤੀ ਜਾਏਗੀ ਜਾਂ 6635 'ਚ ਕੀਤੀ ਜਾਏਗੀ ਜਾਂ ਕਿੱਥੇ ਨਹੀਂ ਕੀਤੀ ਜਾਏਗੀ, ਉਹਦੇ ਬਾਰੇ ਜਿਹੜਾ ਸਭ ਇੱਥੇ ਜਿਹੜੀ ਕਲੈਰੀਫਿਕੇਸ਼ਨ ਉਹ ਦਿੱਤੀ ਗਈ ਹੈ। ਸੋ ਇੱਕ ਪੁਆਇੰਟ ਤਾਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਕਿ ਉੱਪਰ ਜਿਹੜਾ ਇਹਦੇ ਵਿੱਚ ਰਿਕਰੂਟਮੈਂਟ ਪ੍ਰੋਸੈਸ ਜਿਹੜਾ ਹੈ ਉਹ 2020 ਤੇ 2021 ਬਾਰੇ ਗੱਲ ਕੀਤੀ ਗਈ ਹੈ। ਤੇ ਆਪਾਂ ਨੂੰ ਪਤਾ ਹੈ 2020 ਦੇ ਵਿੱਚ 2364 ਭਰਤੀ ਆਈ ਸੀ ਤੇ 21 ਦੇ ਵਿੱਚ 6635 ਭਰਤੀ ਆਈ ਹੈ। ਤਾਂ ਲੱਗਦਾ ਹੈ ਕਿਤੇ ਨਾ ਕਿਤੇ 2364 ਤੇ 6635 ਦੋਨਾਂ ਤੇ ਹੀ ਐਪਲੀਕੇਬਲ ਹੋਏਗਾ। ਬਾਕੀ ਦੇਖਦੇ ਹਾਂ ਇਹਦੇ ਵਿੱਚ ਕੀ ਲਿਖਿਆ ਹੋਇਆ। ਕਿਉਂਕਿ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਕਿ ਪਹਿਲਾਂ NCT ਨੇ ਹੀ ਬੋਲਿਆ ਸੀਗਾ ਕਿ NCT ਜਿਹੜੀ ਕਹਿ ਰਹੀ ਸੀਗੀ ਕਿ ਇਹਦੇ ਵਿੱਚ ਜਿਹੜੇ BEd ਦੇ ਕੈਂਡੀਡੇਟਸ ਹੈਗੇ ਆ, ਮਤਲਬ BA ਵਿਦ 50%, ਤੇ ਉਸ ਤੋਂ ਬਾਅਦ ਜਿਨ੍ਹਾਂ ਨੇ BEd ਕੀਤੀ ਹੋਈ ਆ ਉਹ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਤੱਕ ਦੀ ਜਿਹੜੀ ਹੈ ਕੈਂਡੀਡੇਟਸ ਜਾਂ ਸਟੂਡੈਂਟਸ ਆ ਉਹਨਾਂ ਨੂੰ ਪੜ੍ਹਾਉਣ ਦੇ ਲਈ ਉਹਨਾਂ ਨੇ ਅਲਾਓ ਕਰਤਾ। ਉਹਨਾਂ ਨੂੰ ਤੇ ਇੱਕ ਕੰਡੀਸ਼ਨ ਜਿਹੜੀ ਉਹਨਾਂ ਲਈ ਰੱਖੀ ਗਈ ਸੀਗੀ ਕਿ ਉਹਨਾਂ ਨੂੰ ਬ੍ਰਿਜ ਕੋਰਸ ਜਿਹੜਾ 6 ਮਹੀਨੇ ਦਾ ਬ੍ਰਿਜ ਕੋਰਸ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਹੋਵੇ ਵਿਦਿਨ
ਈਅਰਸ ਅਪੁਆਇੰਟਮੈਂਟ, ਜਦੋਂ ਵੀ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਹੈ ਉਹਦੇ ਵਿਦਿਨ 2 ਈਅਰਸ ਦੇ ਵਿੱਚ ਉਹਨਾਂ ਦਾ ਬ੍ਰਿਜ ਕੋਰਸ ਜਿਹੜਾ ਇੱਥੇ ਕੀਤਾ ਹੋਇਆ ਹੋਣਾ ਚਾਹੀਦਾ, ਅਤੇ ਬ੍ਰਿਜ ਕੋਰਸ ਦੇ ਨਾਲ ਹੀ ਜਿਹੜੀ ਬੀਐਡ ਇੱਥੇ ਅਲੋ ਹੁੰਦੀ ਹੈ। ਬਟ ਇਹਦੇ ਵਿੱਚ ਇੱਕ ਪੁਆਇੰਟ ਇਹ ਹੈ ਕਿ ਜਿਹੜੇ ਬੀਐਡ ਵਾਲੇ ਕੈਂਡੀਡੇਟਸ ਹੈਗੇ ਆ ਜੀ, ਉਹ ਈਟੀ ਵਾਲੇ ਕੈਂਡੀਡੇਟਸ ਉਦੋਂ ਹੀ ਜਿਹੜੇ ਅਪਲਾਈ ਕਰ ਸਕਦੇ ਆ ਜਦੋਂ ਈਟੀ ਵਾਲਾ ਕੈਂਡੀਡੇਟ ਅਵੇਲੇਬਲ ਨਾ ਹੋਵੇ। ਇਹ ਬ੍ਰਿਜ ਕੋਰਸ ਦੇ ਨਾਲ ਜਿਹੜਾ ਕੰਡੀਸ਼ਨ ਰੱਖ ਕੇ ਬੀਐਡ ਅਲੋ ਕੀਤੀ ਗਈ ਹੈ ਐਨਸੀਟੀ ਦੇ ਰੂਲਸ ਦੇ ਅੰਦਰ ਹੀ। ਜਦੋਂ ਇਹ ਅਲੋ ਕੀਤੀ ਜਾਂਦੀ ਹੈ ਤਾਂ ਉਦੋਂ ਕੀਤੀ ਗਈ ਹੈ ਜਦੋਂ ਈਟੀ ਵਾਲਾ ਕੈਂਡੀਡੇਟ ਅਵੇਲੇਬਲ ਨਾ ਹੋਵੇ, ਲੇਕਿਨ ਜਦੋਂ ਈਟੀ ਵਾਲਾ ਕੈਂਡੀਡੇਟ ਅਵੇਲੇਬਲ ਹੈ ਉਦੋਂ ਫਿਰ ਬੀਐਡ ਵਾਲਾ ਕੈਂਡੀਡੇਟ ਜਿਹੜਾ ਇੱਥੇ ਜਿਹੜਾ ਉਹ ਅਲੋ ਨਹੀਂ ਕੀਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਇੱਥੇ ਮੈਂਸ਼ਨ ਹੈ। However, by holding the candidates having BA B.Ed being eligible for the ETT teachers, there has been a great resentment among those who have attended 2 years ETT course। ਤਾਂ NCT ਨੇ ਖੁਦ ਇਹਦੇ ਵਿੱਚ ਮੰਨਿਆ ਕਿ NCT ਦੀ ਗਾਈਡਲਾਈਨਸ ਦੇ ਅਕੋਰਡਿੰਗ ਅਗਰ BA B.Ed ਨੂੰ ਆਪਾਂ ਅਲੋ ਕਰਦੇ ਹਾਂ ਵਿਦ ਬ੍ਰਿਜ ਕੋਰਸ, ਤਾਂ ਜਿਹੜੇ ETT ਵਾਲੇ ਕੈਂਡੀਡੇਟਸ ਹੈ ਜਿਨ੍ਹਾਂ ਪਾਸ ਸਿਰਫ ETT ਦੇ ਵਿੱਚ ਹੀ ਜੋਬ ਲੈਣ ਦੀ ਓਪਰਚੁਨਿਟੀ ਹੁੰਦੀ ਹੈ, ਉਹਨਾਂ ਦੇ ਜਿਹੜੇ ਰਾਈਟਸ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਰਾਈਟਸ ਨੂੰ ਨੁਕਸਾਨ ਪਹੁੰਚਦਾ ਹੈ। ਉਹ ਜਿਹੜੇ ਸਿਰਫ ETT ਦੇ ਪੋਸਟਾਂ ਦੇ ਵਿੱਚ ਹੀ ਆਪਣੀ ਪੋਸਟ ਲੈ ਸਕਦੇ ਹਾਂ, ਜਦਕਿ BA B.Ed ਵਾਲੇ ਮਾਸਟਰ ਅਤੇ ਮਿਸਟਰੈਸਿਸ ਦੀ ਜਿਹੜੀ ਪੋਸਟਾਂ ਨੇ ਉਹਦੇ ਵਿੱਚ ਵੀ ਐਲੀਜੀਬਲ ਹੁੰਦੇ ਨੇ। ਸੋ ਕਿਤੇ ਨਾ ਕਿਤੇ ETT ਵਾਲਿਆਂ ਦਾ ਹੱਕ ਮਰਦਾ ਹੈ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ after detailed discussion it was felt that there is a certain approach required to teach the primary school students। the DLED course is designed specially to train the teachers। ਤਾਂ ਇਹਨਾਂ ਨੇ ਸਪੈਸ਼ਲੀ ਇੱਥੇ ਮੈਂਸ਼ਨ ਕਰ ਦਿੱਤਾ ਹੈ ਕਿ ਪ੍ਰਾਇਮਰੀ ਸਕੂਲ ਦੇ ਸਟੂਡੈਂਟਸ ਨੂੰ ਟੀਚ ਕਰਨ ਲਈ ਜੋ ਐਕਸਟਰਾ ਤੋਂ ਅਲੱਗ ਅਪਰੋਚ ਚਾਹੀਦੀ ਹੁੰਦੀ ਹੈ, ਇੱਕ ਉਹਦੇ ਵਾਸਤੇ ਇੱਕ ਅਲੱਗ ਤੋਂ ਕੋਰਸ ਡਿਜ਼ਾਈਨ ਕੀਤਾ ਗਿਆ ਜਿਸ ਨੂੰ DLED ਕੋਰਸ ਕਿਹਾ ਜਾਂਦਾ ਹੈ। ਤਾਂ ਉਹਨਾਂ ਦੇ ਟੀਚਰਸ ਨੂੰ ਉਸ ਅਕੋਰਡਿੰਗ ਜਿਹੜਾ ਪ੍ਰਾਇਮਰੀ ਸਕੂਲ ਦੇ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਦੇ ਅਕੋਰਡਿੰਗ ਟ੍ਰੇਨ ਕੀਤਾ ਜਾਂਦਾ ਹੈ ਉਸ ਸਕੂਲ ਦੇ ਵਿੱਚ। ਸੋ NCT ਨੇ ਇਹ ਚੀਜ਼ ਜਿਹੜੀ ਖੁਦ ਫੀਲ ਕੀਤੀ ਹੈ ਇੱਥੇ। ਇਟ ਹੈਜ਼ ਬੀਨ ਪ੍ਰੋਵਾਈਡਡ ਦੈਟ all those candidates who have passed B.Ed need to undergo bridge course of 6 months। ਤਾਂ ਜਿਹੜੇ ਵੀ ਜੋ B.Ed ਵਾਲੇ ਕੈਂਡੀਡੇਟਸ ਹੈ ਅਗਰ ਉਹਨਾਂ ਨੇ ETT ਦੀ ਪੋਸਟ 'ਤੇ ਲੱਗਣਾ ਹੈ ਤਾਂ ਉਹਨਾਂ ਨੂੰ ਵੀ ਪ੍ਰਾਇਮਰੀ ਸਕੂਲ ਦੇ ਜਿਹੜੇ ਸਟੂਡੈਂਟਸ ਉਹਨਾਂ ਨੂੰ ਪੜ੍ਹਾਉਣ ਲਈ ਪਹਿਲਾਂ ਇੱਕ ਸਪੈਸ਼ਲ ਤੋਂ ਕੋਰਸ ਕਰਨਾ ਪਏਗਾ, ਬ੍ਰਿਜ ਕੋਰਸ ਕਰਨਾ ਪਏਗਾ। ਸੋ ਇੱਥੇ ਇਹ ਚੀਜ਼ ਇਹਨਾਂ ਨੇ ਕਲੀਅਰ ਕਰ ਦਿੱਤੀ ਹੈ ਕਿ B.Ed ਜਿਹੜੀ ਹੈ ਉਹ ਬ੍ਰਿਜ ਕੋਰਸ ਦੇ ਨਾਲ ਅਲੋ ਹੋ ਸਕਦੀ ਹੈ, ਲੇਕਿਨ ਉਦੋਂ ਹੀ ਅਲੋ ਹੋਏਗੀ ਜਦੋਂ ETT ਵਾਲਾ ਕੈਂਡੀਡੇਟ ਇੱਥੇ ਅਵੇਲੇਬਲ ਨਾ ਹੋਵੇ। ਤਾਂ ਹਾਂਜੀ, ਹੁਣ ਉਹ ਜਾਂਦਾ ਉਹ ਵਾਲਾ ਪੁਆਇੰਟ ਜਿਹੜਾ ਕਿ ਆਪਾਂ ਹਮੇਸ਼ਾ ਆਪਣੀ ਵੀਡੀਓਜ਼ ਦੇ ਵਿੱਚ ਕਮੈਂਟਸ ਦੇ ਵਿੱਚ ਕਲੀਅਰ ਕੀਤਾ ਹੈਗਾ ਕਿ ਜਿਹੜੀ ਡਿਫਰੈਂਟ ਕੁਆਲੀਫਿਕੇਸ਼ਨ ਅਤੇ ਜਿਹੜੀ ਹਾਇਰ ਕੁਆਲੀਫਿਕੇਸ਼ਨ ਦੇ ਵਿੱਚ ਡਿਫਰੈਂਸ ਕੀ ਹੈਗਾ। ਸੋ ਉਹ ਵਾਲਾ ਪੁਆਇੰਟ ਇਹਨਾਂ ਨੇ ਖੁਦ ਹੀ ਇੱਥੇ ਮੈਂਸ਼ਨ ਕਰ ਦਿੱਤਾ ਹੈ, ਕਲੀਅਰ ਕਰ ਦਿੱਤਾ ਹੈਗਾ। ETT ਤੇ B.Ed ਦਾ ਜਿਹੜਾ ਕੋਰਸ ਹੈਗਾ ਜੀ, ਉਹ ਜਿਹੜਾ ਹੈ ਪ੍ਰਾਇਮਰੀ ਸਕੂਲ ਟੀਚਰਸ ਦੇ ਲਈ ਉਹ ਕੋਈ ਵੀ ਹਾਇਰ ਕੁਆਲੀਫਿਕੇਸ਼ਨ ਜਾਂ ਅਪਰ ਲੋਅਰ ਕੁਆਲੀਫਿਕੇਸ਼ਨ ਨਹੀਂ ਹੈਗੀ, ਉਹ ਡਿਫਰੈਂਟ ਕੁਆਲੀਫਿਕੇਸ਼ਨ ਹੈ। ਜਿਵੇਂ ਆਪਾਂ ਕਹਿ ਦਈਏ ਕਿ ਇੱਕ ਛੋਟੇ ਜਿਹੜੇ ਹੈ ਪਹਿਲੀ ਤੋਂ ਪੰਜਵੀਂ ਤੱਕ ਜਿਹੜੇ ਸਟੂਡੈਂਟਸ ਉਹਨਾਂ ਨੂੰ ਪੜ੍ਹਾਉਣ ਦਾ, 6ਵੀਂ ਤੋਂ 10ਵੀਂ ਤੱਕ ਦੇ ਸਟੂਡੈਂਟਸ ਨੂੰ ਪੜ੍ਹਾਉਣ ਲਈ ਜਿਹੜੀ ਕੁਆਲੀਫਿਕੇਸ਼ਨ ਹੈ, ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਲਈ ਜਿਹੜਾ ਇੱਕ ਪ੍ਰੋਫੈਸਰ ਕੋਲ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ, ਉਹ ਆਪਸ ਦੇ ਵਿੱਚ ਕੋਈ ਵੀ ਲੋਅਰ ਕੁਆਲੀਫਿਕੇਸ਼ਨ ਜਾਂ ਅਪਰ ਕੁਆਲੀਫਿਕੇਸ਼ਨ ਨਹੀਂ ਹੁੰਦੀ, ਉਹ ਇੱਕ ਡਿਫਰੈਂਟ ਕੁਆਲੀਫਿਕੇਸ਼ਨ ਹੈ, ਇੱਕ ਅਲੱਗ ਪ੍ਰੋਫੈਸ਼ਨ ਹੈਗਾ ਜਿਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕੈਂਡੀਡੇਟ ਹਾਇਰ ਕੁਆਲੀਫਿਕੇਸ਼ਨ ਵਾਲਾ ਹੈ ਜਾਂ ਇਹ ਕੈਂਡੀਡੇਟ ਲੋਅਰ ਕੁਆਲੀਫਿਕੇਸ਼ਨ ਵਾਲਾ ਹੈ। ਜੇ ਆਪਾਂ ਇੱਦਾਂ ਹੀ ਕਹਿੰਦੇ ਕਿ ਉਹ ਹਾਇਰ ਕੁਆਲੀਫਿਕੇਸ਼ਨ ਵਾਲਾ ਹੈ, ਇਸਦਾ ਮਤਲਬ ਤਾਂ ਫਿਰ ਜੋ PhD ਕੀਤਾ ਹੋਇਆ ਕੈਂਡੀਡੇਟ ਹੈ, ਜੋ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪੜ੍ਹਾਉਂਦੇ ਆ, ਕਿ ਉਹ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਆ? ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਨੂੰ ਪੜ੍ਹਾਉਣ ਲਈ ਜਿਹੜੀ ਅਪਰੋਚ ਚਾਹੀਦੀ ਹੈ, ਜਿਹੜੀ ਸਾਈਕੋਲੋਜੀ ਚਾਹੀਦੀ ਹੈ, ਉਹ ਸਾਰੀ ਅਲੱਗ ਹੁੰਦੀ ਹੈ। ਇੱਕ ਜਿਹੜਾ ਵੱਡਾ ਸਟੂਡੈਂਟ ਹੁੰਦਾ ਉਹਨਾਂ ਨੂੰ ਪੜ੍ਹਾਉਣ ਲਈ ਜਿਹੜੀ ਸਾਈਕੋਲੋਜੀ ਜਿਹੜੀ ਅਪਰੋਚ ਆ ਉਹ ਅਲੱਗ ਹੁੰਦੀ ਹੈ। ਸੋ ਇਹ ਜਿਹੜੇ ਕੋਰਸਿਸ ਨੇਗੇ ਇਹ ਸਾਰੇ ਪ੍ਰੋਫੈਸ਼ਨਲ ਕੋਰਸਿਸ ਨੇ, ਅਲੱਗ ਕੋਰਸਿਸ ਨੇ, ਡਿਫਰੈਂਟ ਕੋਰਸਿਸ ਨੇ, ਡਿਫਰੈਂਟ ਕੁਆਲੀਫਿਕੇਸ਼ਨ ਹੈ, ਹਾਇਰ ਜਾਂ ਲੋਅਰ ਕੁਆਲੀਫਿਕੇਸ਼ਨ ਨਹੀਂ ਹੈਗੀ। ਇਹ ਚੀਜ਼ ਇਹਨਾਂ ਨੇ ਇੱਥੇ ਕਲੀਅਰ ਕਰ ਦਿੱਤੀ ਹੈ ਕਿ ਇਹ ਸਾਰੀਆਂ ਡਿਫਰੈਂਟ ਕੁਆਲੀਫਿਕੇਸ਼ਨਸ ਨੇ, ਹਾਇਰ ਲੋਅਰ ਕੁਆਲੀਫਿਕੇਸ਼ਨ ਨਹੀਂ ਹੈ। ਜਿਵੇਂ ਆਪਾਂ ਕਹਿ ਲਈਏ ਕਿ ਇੱਕ BDS ਕੀਤਾ ਹੋਇਆ ਕੈਂਡੀਡੇਟ ਹੈ, ਯਾਨੀ ਕਿ ਜਿਸਨੇ ਡੈਂਟਿਸਟ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇੱਕ ਹਾਰਟ ਸਪੈਸ਼ਲਿਸਟ ਹੈ ਜਿਸਨੇ ਉਹਦੇ ਵਿੱਚ ਮਾਸਟਰਸ ਜਾਂ ਉਸ ਤੋਂ ਵੀ ਅੱਗੇ ਦੀ ਡਿਗਰੀ ਕੀਤੀ ਹੋਈ ਹੈ। ਤਾਂ ਹੁਣ ਅਗਰ ਉਹ ਇਹ ਕਹੇ ਕਿ ਮੈंने ਤਾਂ ਮਾਸਟਰਸ ਜਾਂ ਉਸ ਤੋਂ ਵੀ ਅੱਗੇ ਦੀ ਡਿਗਰੀ ਕਰ ਲਈ ਹੈ ਅਤੇ ਮੈਂ ਦੰਦਾਂ ਦਾ ਜੋ ਵੀ ਹੱਲ ਹੈ ਉਹ ਕਰ ਸਕਦਾ, ਤਾਂ ਉਹ ਨਹੀਂ ਕਰ ਸਕਦਾ। ਉਹ ਆਪਣੇ ਆਪ ਨੂੰ ਹਾਇਰ ਕੁਆਲੀਫਿਕੇਸ਼ਨ ਨਹੀਂ ਕਹਿ ਸਕਦਾ, ਉਹਦੀ ਡਿਫਰੈਂਟ ਕੁਆਲੀਫਿਕੇਸ਼ਨ ਹੈ। ਚਾਹੇ ਉਸਨੇ ਮਾਸਟਰਸ ਕੀਤੀ ਔਰ ਡੈਂਟਿਸਟ ਵਾਲੇ ਨੇ ਜਿਹੜੀ ਗ੍ਰੈਜੂਏਸ਼ਨ ਕੀਤੀ ਹੈ, ਬਟ ਕੁਆਲੀਫਿਕੇਸ਼ਨ ਡਿਫਰੈਂਟ ਹੈ। ਇਹ ਚੀਜ਼ਾਂ ਡਿਫਰੈਂਟ ਨੇ, ਹਾਇਰ ਜਾਂ ਲੋਅਰ ਕੁਆਲੀਫਿਕੇਸ਼ਨ ਨਹੀਂ ਹੈਗੀ ਆਪਸ ਦੇ ਵਿੱਚ। ਇਹ ਚੀਜ਼ ਉਹਨਾਂ ਨੇ ਇੱਥੇ ਕਲੀਅਰ ਕਰ ਦਿੱਤੀ ਹੈ, ਕਿਉਂਕਿ ਹਰ ਇੱਕ ਲੈਵਲ 'ਤੇ ਹਰ ਇੱਕ ਕਲਾਸ ਦੇ ਵਿੱਚ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਬੱਚਿਆਂ ਦੀ ਸਾਈਕੋਲੋਜੀ ਨੂੰ ਸਮਝਣਾ ਅਤੇ ਉਸਦੇ ਅਕੋਰਡਿੰਗ ਉਹਨਾਂ ਨੂੰ ਟੀਚ ਕਰਨਾ, ਇਹ ਇੱਕ ਅਲੱਗ ਅਪਰੋਚ ਹੈ ਜਿਸ ਦੇ ਲਈ ਇੱਕ ਅਲੱਗ ਤੋਂ ਕੋਰਸ ਡਿਜ਼ਾਈਨ ਕੀਤੇ ਗਏ ਨੇ। ETT ਕੋਰਸ ਉਸ ਅਕੋਰਡਿੰਗ ਡਿਜ਼ਾਈਨ ਕੀਤਾ ਗਿਆ, B.Ed ਕੋਰਸ ਉਸ ਅਕੋਰਡਿੰਗ ਡਿਜ਼ਾਈਨ ਕੀਤਾ ਗਿਆ। ਲੈਕਚਰਰਸ ਲਈ ਜਿਹੜੀ ਕੁਆਲੀਫਿਕੇਸ਼ਨਸ ਹੈ ਉਹ ਅਲੱਗ ਰੱਖੀਆਂ ਹੋਈਆਂ ਨੇ, ਅਤੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਟੀਚ ਕਰਦੇ ਆ ਉਹਨਾਂ ਲਈ ਕੁਆਲੀਫਿਕੇਸ਼ਨਸ ਅਲੱਗ ਰੱਖੀਆਂ ਹੋਈਆਂ ਨੇ। ਸੋ ਇਹ ਡਿਫਰੈਂਟ ਕੁਆਲੀਫਿਕੇਸ਼ਨਸ ਹੈ। ਇਸੇ ਚੀਜ਼ ਨੂੰ ਰੱਖਦੇ ਹੋਏ ਉਹਨਾਂ ਨੇ ਆਪਣੇ ਜਿਹੜੇ ਰੂਲਸ ਹੈ ਉਹ ਅਮੈਂਡ ਕੀਤੇ ਨੇ ਇਹਦੇ ਵਿੱਚ, ਅਤੇ ਜਿਹੜੇ ETT ਦੇ ਜਿਹੜੇ ਕੈਂਡੀਡੇਟਸ ਹੈਗੇ ਆ ਉਹ ਕੁਆਲੀਫਾਈ ਕਰਨਗੇ। ਇਹਦੇ ਵਿੱਚ ਰੂਲ ਜਿਹੜਾ ਉਹਨਾਂ ਨੇ ਬਣਾ ਲਿੱਤਾ ਸੀਗਾ, ਇਹ ਬਣਾ ਲਿੱਤਾ ਗਿਆ ਸੀਗਾ 21/7/2021 ਨੂੰ। 21/7/2021 ਨੂੰ ਇਹ ਰੂਲ ਜਿਹੜਾ ਉਹ ਬਣ ਗਿਆ ਸੀ। ਪੂਰੀ ਜਿਹੜੀ ਨੋਟੀਫਿਕੇਸ਼ਨ ਜਾਂ ਪੂਰਾ ਜਿਹੜਾ ਹੱਲ ਹੈਗਾ, ਉਹਨਾਂ ਨੇ ਕਿਹਾ ਇਹ ਨੋਟੀਫਿਕੇਸ਼ਨ ਅਮੈਂਡਮੈਂਟ ਹੋ ਚੁੱਕੀ ਸੀ 21/7/2021 ਨੂੰ, ਯਾਨੀ ਕਿ 21 ਜੁਲਾਈ 2021 ਨੂੰ ਇਹ ਜਿਹੜੀ ਨੋਟੀਫਿਕੇਸ਼ਨ ਅਮੈਂਡਮੈਂਟ ਹੋ ਚੁੱਕੀ ਸੀਗੀ। ਸੋ ਇਹ ਜਿਹੜੇ ਰੂਲਸ ਹੈਗੇ ਆ ਇਸ ਐਫੀਡੇਵਿਟ ਦੇ ਵਿੱਚ ਉਹਨਾਂ ਨੂੰ ਕੋਰਟ ਨੂੰ ਕੰਸੀਡਰ ਕਰਨ ਲਈ ਕਿਹਾ, ਅਤੇ ਇਸ ਦੇ ਅਕੋਰਡਿੰਗ ਹੀ ਭਰਤੀਆਂ ਦਾ ਹੱਲ ਕਰਨ ਨੂੰ ਕੋਰਟ ਨੂੰ ਕਿਹਾ ਹੈ। ਸੋ ਇਹਦੇ ਵਿੱਚ ਸੋਚਣ ਵਾਲੀ ਗੱਲ ਹੁਣ ਇੱਥੇ ਇਹ ਆ ਜਾਂਦੀ ਹੈ ਕਿ ਅਗਰ ਇਹ ਰੂਲ ਪਹਿਲਾਂ ਹੀ ਕਲੀਅਰ ਕਰ ਦਿੱਤੇ ਜਾਂਦੇ ਤਾਂ ਸ਼ਾਇਦ ਇਹ ਜਿਹੜੇ ਕੋਰਟ ਕੇਸਿਸ ਲੱਗੇ ਨੇ ਜਾਂ ਕੋਰਟ ਕੇਸ ਦੇ ਵਿੱਚ ਕੈਂਡੀਡੇਟਸ ਨੇ ਆਪਣਾ ਟਾਈਮ, ਆਪਣਾ ਪੈਸੇ, ਆਪਣੇ ਐਫਰਟਸ
ਵੇਸਟ ਕੀਤੇ ਨੇ। ਪਲੱਸ ਕਿਉਂਕਿ ਬੀਐਡ ਵਾਲੇ ਕੈਂਡੀਡੇਟਸ ਨੂੰ ਇਹ ਆਸ ਹੋ ਜਾਂਦੀ ਹੈ ਕਿ ਅਸੀਂ ਪਤਾ ਨਹੀਂ ਪਟੀਸ਼ਨਰ ਬਣ ਗਏ ਹਾਂ, ਸ਼ਾਇਦ ਸਾਨੂੰ ਕੋਰਟ ਦੇ ਵਿੱਚ ਸਾਡਾ ਹੱਲ ਹੋ ਜਾਵੇ ਅਤੇ ਸਾਨੂੰ ਅਲੋ ਕਰ ਦੇਣ, ਅਤੇ ਸ਼ਾਇਦ ਹੋ ਸਕਦਾ ਸਾਨੂੰ ਈਟੀ ਦਾ ਪੇਪਰ ਦੇਣਾ ਪਵੇ। ਸੋ ਇਸ ਕਰਕੇ ਉਹ ਕੋਚਿੰਗ ਸੈਂਟਰਾਂ ਦੀ ਵੀ ਫੀਸਾਂ ਭਰਦੇ ਨੇ ਈਟੀ ਦਾ ਪੜ੍ਹਨ ਦੇ ਲਈ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਕਲੈਰੀਫਿਕੇਸ਼ਨ ਆ, ਅਗਰ ਜਿੱਦਣ ਇਹ ਨੋਟੀਫਿਕੇਸ਼ਨਸ ਜਿਹੜੇ ਅਮੈਂਡਮੈਂਟ ਹੋਏ ਸੀਗੇ, ਇਹ ਨੋਟਿਸ ਬਣੇ ਸੀਗੇ, ਤਾਂ ਕਿਤੇ ਨਾ ਕਿਤੇ ਉਦੋਂ ਹੀ ਅਗਰ ਦੱਸ ਦਿੰਦੇ ਤਾਂ ਇੰਨੇ ਜਿਹੜੇ ਬੀਐਡ ਵਾਲੇ ਅਤੇ ਈਟੀਟੀ ਵਾਲੇ ਦੋਨੋਂ ਹੀ ਜਿਹੜੇ ਖੱਜਲ ਖੁਆਰ ਹੋਏ ਨੇ ਉਹ ਨਾ ਹੁੰਦੇ। ਪਰ ਖੈਰ ਜੋ ਵੀ ਜਦੋਂ ਵੀ ਇਹ ਆਨਸਰ ਆਇਆ ਤਾਂ ਉਹ ਆਨਸਰ ਆ ਗਿਆ ਜੀ। ਜਿਹੜਾ ਵਾਇਰਲ ਹੋ ਰਿਹਾ ਸੀ ਐਫੀਡੈਵਿਟ, ਇਸ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ। ਬਾਕੀ ਕੋਰਟ ਵੱਲੋਂ ਕੀ ਫੈਸਲਾ ਹੁੰਦਾ 6635 ਤੇ 2364 ਭਰਤੀ ਦੇ ਬਾਰੇ, ਪੀਆਰਪੀਐਸ ਜਾਂ ਏਜ ਰਿਲੈਕਸੇਸ਼ਨ ਨੂੰ ਲੈ ਕੇ ਕੀ ਫੈਸਲਾ ਹੁੰਦਾ ਤਾਂ ਉਸਦੇ ਬਾਰੇ ਜਿਵੇਂ ਕੋਈ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਆਪਾਂ ਤੁਹਾਨੂੰ ਇਸੇ ਚੈਨਲ 'ਤੇ ਅਪਡੇਟ ਕਰਾਂਗੇ। ਟੈਲੀਗ੍ਰਾਮ ਚੈਨਲ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਕੀਤਾ ਜਾਂਦਾ ਹੈ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਤੁਸੀਂ ਉਸਨੂੰ ਜੁਆਇਨ ਕਰੋ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਆਈ ਹੋਪ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਬਾਕੀ ਤੁਹਾਡੇ ਕੀ ਵਿਊਜ਼ ਹੈਗੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਥੈਂਕ ਯੂ।